ਇੱਕ ਰਾਜ ਵਿੱਚ ਇੱਕ ਸ਼ਕਤੀਸ਼ਾਲੀ ਰਾਜਾ ਰਹਿੰਦਾ ਸੀ। ਜਨਤਾ ਵੀ ਰਾਜੇ ਨੂੰ ਬਹੁਤ ਪਿਆਰ ਕਰਦੀ ਸੀ। ਰਾਜੇ ਦਾ ਇੱਕ ਪੁੱਤਰ ਵੀ ਸੀ ਜੋ ਆਪਣੇ ਪਿਤਾ ਵਾਂਗ ਪ੍ਰਸਿੱਧੀ ਕਮਾਉਣਾ ਚਾਹੁੰਦਾ ਸੀ। ਉਹ ਵੀ ਆਪਣੇ ਪਿਤਾ ਵਾਂਗ ਮਹਾਨ ਬਣਨਾ ਚਾਹੁੰਦਾ ਸੀ। ਪਰ ਇਸੇ ਚੱਕਰ ਵਿੱਚ ਰਾਜਕੁਮਾਰ ਤੋਂ ਕਈ ਗਲਤੀਆਂ ਹੁੰਦੀਆਂ ਰਹੀਆਂ ਤੇ ਰਾਜਕੁਮਾਰ ਨੂੰ ਹਮੇਸ਼ਾ ਇਹ ਚਿੰਤਾ ਰਹਿੰਦੀ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹੋਣਗੇ। ਇਸੇ ਰਾਜ ਵਿੱਚ ਇੱਕ ਮੰਤਰੀ ਰਹਿੰਦਾ ਸੀ ਜੋ ਕਾਫੀ ਬੁੱਧੀਮਾਨ ਸੀ ਤੇ ਉਸਦੇ ਬਹੁਤ ਸਾਰੇ ਚੇਲੇ ਵੀ ਸੀ ਜਿਨ੍ਹਾਂ ਨੂੰ ਉਸਨੇ ਗੁਰ ਦਿੱਤਾ ਸੀ। ਇੱਕ ਦਿਨ ਰਾਜਕੁਮਾਰ ਦੁਖੀ ਹੋ ਕੇ ਇਸ ਮੰਤਰੀ ਕੋਲ ਗਿਆ ਤੇ ਬੋਲਿਆ, ਮੈਂ ਅਕਸਰ ਪਰੇਸ਼ਾਨ ਰਹਿੰਦਾ ਹਾਂ। ਮੈਂ ਆਪਣੇ ਮਨ ਨੂੰ ਕਾਬੂ ਕਰਨਾ ਸਿੱਖਣਾ ਹੈ। ਕੀ ਤੁਸੀਂ ਮੈਨੂੰ ਸਿਖਾਓਗੇ? ਮੰਤਰੀ ਨੇ ਰਾਜਕੁਮਾਰ ਵੱਲ ਵੇਖ ਕੇ ਪੁੱਛਿਆ, ਪਰ ਰਾਜਕੁਮਾਰ, ਕੀ ਤੁਸੀਂ ਇਸ ਦੀ ਕੀਮਤ ਅਦਾ ਕਰ ਸਕੋਗੇ? ਰਾਜਕੁਮਾਰ ਨੇ ਬੜੇ ਮਾਣ ਨਾਲ ਕਿਹਾ, ਤੁਸੀਂ ਇਸ ਬਾਰੇ ਬਿਲਕੁਲ ਵੀ ਚਿੰਤਾ ਨਾ ਕਰੋ। ਆਖਰ ਮੈਂ ਇਸ ਨਗਰ ਦਾ ਰਾਜਕੁਮਾਰ ਹਾਂ। ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਉਸ ਦੀ ਗੱਲ ਸੁਣ ਕੇ ਮੰਤਰੀ ਮੁਸਕਰਾਇਆ ਤੇ ਕਹਿਣ ਲੱਗਿਆ, ਨਹੀਂ ਨਹੀਂ, ਤੁਸੀਂ ਗਲਤ ਸਮਝ ਰਹੇ ਹੋ। ਮੈਂ ਤੁਹਾਨੂੰ ਕੁਝ ਕੰਮ ਕਰਨ ਲਈ ਕਹਾਂਗਾ। ਤੁਹਾਨੂੰ ਬਿਨਾਂ ਸਵਾਲ ਪੁੱਛੇ ਇਸ ਨੂੰ ਪੂਰਾ ਕਰਨਾ ਹੋਵੇਗਾ। ਰਾਜਕੁਮਾਰ ਨੇ ਕਿਹਾ, ਜਿਵੇਂ ਤੁਸੀਂ ਕਹੋਗੇ ਮੈਂ ਕਰਾਂਗਾ। ਫਿਰ ਮੰਤਰੀ ਨੇ ਕਿਹਾ ਕਿ ਇਕੱਲੇ ਪੈਦਲ ਹੀ ਬਾਜ਼ਾਰ ਜਾਓ ਤੇ ਕਬਾੜ ਦੀ ਦੁਕਾਨ ਤੋਂ ਕੁਝ ਲੋਹਾ ਖਰੀਦ ਕੇ ਲਿਆਓ। ਰਾਜਕੁਮਾਰ, ਜੋ ਕਦੇ ਵੀ ਰਾਤ ਤੋਂ ਬਿਨਾਂ ਮਹਿਲ ਤੋਂ ਬਾਹਰ ਨਹੀਂ ਗਿਆ ਸੀ, ਜਿਹਦੇ ਇਸ਼ਾਰੇ ਤੇ ਨੌਕਰ ਦੌੜਦੇ ਸੀ, ਉਸਨੇ ਕਿਹਾ, ਕੀ ਮੈਂ ਆਪਣੇ ਨੌਕਰ ਨੂੰ ਇਸ ਕੰਮ ਲਈ ਭੇਜ ਸਕਦਾ? ਮੰਤਰੀ ਨੇ ਕਿਹਾ, ਨਹੀਂ। ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਗੱਲ ਧਿਆਨ ਨਾਲ ਸੁਣਨੀ ਤੇ ਮੰਨਣੀ ਪਵੇਗੀ। ਮੰਤਰੀ ਨੇ ਫਿਰ ਕਿਹਾ, ਸ਼ਹਿਰ ਦੇ ਉੱਤਰੀ ਕੋਨੇ ਦਾ ਜੋ ਸਭ ਤੋਂ ਵੱਡਾ ਬਾਜ਼ਾਰ ਹੈ, ਉਸ ਦੇ ਸਿਰੇ ਤੇ ਕਬਾੜ ਦੀਆਂ ਦੁਕਾਨਾਂ ਲੱਗਦੀਆਂ ਨੇ। ਤੁਸੀਂ ਉੱਥੇ ਪੈਦਲ ਜਾਓ ਤੇ ਕੁਝ ਲੋਹਾ ਖਰੀਦ ਕੇ ਲਿਆਓ। ਰਾਜਕੁਮਾਰ ਨੇ ਕੁਝ ਦੇਰ ਸੋਚਿਆ ਤੇ ਫਿਰ ਬਾਜ਼ਾਰ ਵੱਲ ਨੂੰ ਤੁਰ ਪਿਆ। ਫਿਰ ਜਿਵੇਂ ਹੀ ਉਹ ਬਾਜ਼ਾਰ ਵਿੱਚ ਵੜਿਆ, ਉਸ ਦੇ ਮਨ ਵਿੱਚ ਵਿਚਾਰਾਂ ਦੇ ਤੂਫਾਨ ਉੱਠਣ ਲੱਗੇ ਕਿ ਸਾਰਿਆਂ ਨੇ ਮੈਨੂੰ ਮੇਰੇ ਕੱਪੜਿਆਂ ਤੋਂ ਪਛਾਣ ਲਿਆ ਹੋਵੇਗਾ। ਹਰ ਕੋਈ ਮੇਰੇ ਵੱਲ ਦੇਖ ਰਿਹਾ ਹੋਵੇਗਾ ਤੇ ਮੇਰੇ ਪਿੱਛੇ ਗੱਲਾਂ ਹੋਣਗੀਆਂ ਕਿ ਰਾਜਕੁਮਾਰ ਨੂੰ ਕੀ ਹੋਇਆ। ਸ਼ਾਇਦ ਇਸ ਨੂੰ ਕੋਈ ਸਜ਼ਾ ਮਿਲੀ ਹੈ। ਰਾਜਾ ਨਾਰਾਜ਼ ਹੋਵੇਗਾ। ਅਜਿਹਾ ਕੰਮ ਰਾਜਕੁਮਾਰ ਨੂੰ ਸ਼ੋਭਾ ਨਹੀਂ ਦਿੰਦਾ। ਇਹ ਸਭ ਸੋਚ ਕੇ ਉਸ ਦਾ ਸਿਰ ਸ਼ਰਮ ਨਾਲ ਝੁਕ ਗਿਆ। ਰਾਜਕੁਮਾਰ ਝਿਜਕਦੇ ਹੋਏ ਬਾਜ਼ਾਰ ਨੂੰ ਪਾਰ ਕਰਦਾ ਹੋਇਆ ਕਬਾੜ ਦੀ ਦੁਕਾਨ ਤੇ ਪਹੁੰਚ ਗਿਆ ਤੇ ਬੜੀ ਤੇਜ਼ੀ ਨਾਲ ਲੋਹਾ ਖਰੀਦਿਆ। ਲੋਹੇ ਤੇ ਕਾਫੀ ਧੂੜ ਮਿੱਟੀ ਲੱਗੀ ਹੋਈ ਸੀ, ਪਰ ਰਾਜਕੁਮਾਰ ਦਾ ਧਿਆਨ ਤਾਂ ਚਿੰਤਾ ਵਿੱਚ ਰੁੱਝਿਆ ਹੋਇਆ ਸੀ, ਜਿਸ ਕਾਰਨ ਰਾਜਕੁਮਾਰ ਦੇ ਕੱਪੜੇ ਵੀ ਮੈਲੇ ਹੋ ਗਏ ਸੀ। ਹੁਣ ਰਾਜਕੁਮਾਰ ਹੋਰ ਪਰੇਸ਼ਾਨ ਹੋ ਗਿਆ। ਆਪਣੇ ਆਪ ਨੂੰ ਕੋਸਣ ਲੱਗ ਪਿਆ। ਫਿਰ ਉਹ ਛੇਤੀ ਹੀ ਮੰਤਰੀ ਕੋਲ ਪਰਤਿਆ। ਮੰਤਰੀ ਨੇ ਰਾਜਕੁਮਾਰ ਦੀ ਹਾਲਤ ਵੇਖ ਕੇ ਕਿਹਾ, ਹੁਣ ਅਗਲਾ ਕੰਮ ਕਰੋ। ਤੁਸੀਂ ਫਿਰ ਤੋਂ ਵਾਪਸ ਸ਼ਹਿਰ ਜਾਓ। ਸ਼ਹਿਰ ਦੇ ਦੂਜੇ ਪਾਸੇ ਕੋਲੇ ਦੀ ਭੱਠੀ ਹੈ। ਉੱਥੇ ਇਸ ਲੋਹੇ ਨੂੰ ਪਿਘਲਾ ਕੇ ਇਸ ਤੋਂ ਨਵਾਂ ਭਾਂਡਾ ਬਣਾ ਕੇ ਲੈ ਕੇ ਆਓ। ਰਾਜਕੁਮਾਰ ਬਿਨਾਂ ਇੱਛਾ ਦੇ ਮੁੜ ਸ਼ਹਿਰ ਵੱਲ ਤੁਰ ਪਿਆ। ਲੋਕ ਕੀ ਸੋਚ ਰਹੇ ਹੋਣਗੇ? ਜੇ ਪਿਤਾ ਜੀ ਨੂੰ ਪਤਾ ਲੱਗ ਗਿਆ ਤਾਂ ਕੀ ਹੋਵੇਗਾ? ਮੈਂ ਇਹੋ ਜਿਹੇ ਚੱਕਰਾਂ ਵਿੱਚ ਕਿਉਂ ਫਸ ਜਾਣਾ? ਇਹੋ ਜਿਹੀਆਂ ਸੋਚਾਂ ਸੋਚਦਾ ਹੋਇਆ ਰਾਜਕੁਮਾਰ ਭੱਠੀ ਵਾਲੇ ਕੋਲ ਪਹੁੰਚ ਗਿਆ ਤੇ ਉਸ ਦੇ ਨਾਲ ਮਿਲ ਕੇ ਭਾਂਡਾ ਵੀ ਬਣਾਇਆ। ਇਹ ਕੰਮ ਉਸਨੇ ਪਹਿਲੀ ਵਾਰ ਕੀਤਾ ਸੀ। ਆਪਣੇ ਹੱਥ ਦਾ ਭਾਂਡਾ ਦੇਖ ਕੇ ਰਾਜਕੁਮਾਰ ਨੂੰ ਅੰਦਰੋਂ ਖੁਸ਼ੀ ਮਹਿਸੂਸ ਹੋਈ। ਫਿਰ ਉਹ ਮੰਤਰੀ ਨੂੰ ਭਾਂਡਾ ਦਿਖਾਉਣ ਲਈ ਤੁਰ ਪਿਆ। ਇਸ ਵਾਰ ਰਾਜਕੁਮਾਰ ਦੀ ਚਾਲ ਵਿੱਚ ਕੁਝ ਚੁਸਤੀ ਸੀ। ਭਾਂਡੇ ਵੱਲ ਦੇਖ ਕੇ ਮੰਤਰੀ ਨੇ ਕਿਹਾ, ਰਾਜਕੁਮਾਰ, ਇਸ ਵਾਰ ਤੁਸੀਂ ਕੁਝ ਚੰਗਾ ਮਹਿਸੂਸ ਕਰ ਰਹੇ ਹੋਵੋਗੇ। ਇਹ ਤੁਹਾਡੀ ਹਉਮੈ ਦਾ ਭਾਂਡਾ ਹੈ। ਰਾਜਕੁਮਾਰ ਨੂੰ ਕੁਝ ਸਮਝ ਨਹੀਂ ਆਈ। ਮੰਤਰੀ ਕਹਿੰਦਾ, ਠੀਕ ਹੈ, ਹੁਣ ਤੁਸੀਂ ਇੱਕ ਆਖਰੀ ਕੰਮ ਕਰੋ, ਫਿਰ ਮੈਂ ਤੁਹਾਨੂੰ ਇੱਕ ਰਾਜ ਦੱਸਾਂਗਾ। ਮੰਤਰੀ ਨੇ ਰਾਜਕੁਮਾਰ ਨੂੰ ਕਿਹਾ, ਤੁਸੀਂ ਵਾਪਸ ਬਾਜ਼ਾਰ ਜਾਓ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਇਹ ਪੁੱਛੋ ਕਿ ਕੀ ਤੁਸੀਂ ਮੈਨੂੰ ਇੱਥੇ ਕੁਝ ਸਮਾਂ ਪਹਿਲਾਂ ਦੇਖਿਆ ਸੀ, ਤੇ ਜਦੋਂ ਤੁਸੀਂ ਮੈਨੂੰ ਦੇਖਿਆ ਸੀ ਤਾਂ ਤੁਸੀਂ ਮੇਰੇ ਬਾਰੇ ਕੀ ਸੋਚਿਆ ਸੀ।
ਰਾਜਕੁਮਾਰ ਬਾਜ਼ਾਰ ਦੀ ਪਹਿਲੀ ਦੁਕਾਨ 'ਤੇ ਗਿਆ ਤੇ ਪੁੱਛਿਆ ਕਿ ਜਦੋਂ ਮੈਂ ਸਵੇਰੇ ਇੱਥੋਂ ਨਿਕਲਿਆ ਸੀ ਤਾਂ ਕੀ ਤੁਸੀਂ ਮੈਨੂੰ ਦੇਖਿਆ ਸੀ? ਤਾਂ ਦੁਕਾਨਦਾਰ ਨੇ ਜਵਾਬ ਦਿੱਤਾ, ਹਾਂ ਮੈਂ ਦੇਖਿਆ ਤਾਂ ਸੀ, ਪਰ ਮੇਰੇ ਕੋਲ ਇੰਨਾ ਸੋਚਣ ਦਾ ਸਮਾਂ ਨਹੀਂ ਸੀ। ਸਵੇਰ ਦਾ ਸਮਾਂ ਕਾਫੀ ਵਿਅਸਤ ਹੁੰਦਾ ਹੈ ਤੇ ਗਾਹਕ ਵੀ ਆਉਂਦੇ ਨੇ। ਇਸੇ ਤਰ੍ਹਾਂ ਜਦੋਂ ਰਾਜਕੁਮਾਰ ਨੇ ਕੁਝ ਹੋਰ ਲੋਕਾਂ ਤੋਂ ਪੁੱਛਿਆ ਤਾਂ ਪਤਾ ਲੱਗਿਆ ਕਿ ਕਿਸੇ ਨੇ ਵੀ ਰਾਜਕੁਮਾਰ ਜਾਂ ਉਸ ਦੀ ਘਬਰਾਹਟ ਵੱਲ ਧਿਆਨ ਨਹੀਂ ਦਿੱਤਾ ਸੀ। ਰਾਜਕੁਮਾਰ ਨੇ ਕਬਾੜ ਵਾਲੇ ਨੂੰ ਵੀ ਜਾ ਕੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਸੋਚਦਾ ਰਿਹਾ ਸੀ ਕਿ ਤੁਸੀਂ ਕਿਸੇ ਵੱਡੇ ਘਰਾਣੇ ਦੇ ਲੜਕੇ ਹੋ, ਪਰ ਬਾਈ ਜੀ ਮਾਫ਼ ਕਰਨਾ, ਮੈਂ ਇਸ ਤੋਂ ਵੱਧ ਨਹੀਂ ਸੋਚਿਆ। ਲੋਕਾਂ ਦੀਆਂ ਗੱਲਾਂ ਸੁਣ ਕੇ ਰਾਜਕੁਮਾਰ ਨੂੰ ਇੱਦਾਂ ਲੱਗਿਆ ਕਿ ਕਿਸੇ ਨੇ ਉਸਦੇ ਸੀਨੇ ਤੋਂ ਬੋਝ ਉਤਾਰ ਲਿਆ ਹੋਵੇ। ਸਾਲਾਂ ਦੀ ਸਵੈ ਆਲੋਚਨਾ ਤੋਂ ਉਸਨੇ ਰਾਹਤ ਪਾ ਲਈ ਹੋਵੇ। ਉਹ ਤੁਰੰਤ ਮੰਤਰੀ ਕੋਲ ਗਿਆ ਤੇ ਸਾਰੀ ਕਹਾਣੀ ਸੁਣਾਈ। ਫਿਰ ਮੰਤਰੀ ਨੇ ਕਿਹਾ, ਇੱਥੇ ਤੁਹਾਨੂੰ 3 ਵੱਡੇ ਸਬਕ ਮਿਲਦੇ ਨੇ ਜੋ ਤੁਸੀਂ ਅੱਜ ਆਪਣੇ ਅਨੁਭਵ ਤੋਂ ਸਿੱਖ ਲਏ ਨੇ। ਪਹਿਲਾ, ਕਿ ਅਸੀਂ ਖੁਦ ਆਪਣੀਆਂ ਕਮੀਆਂ ਨੂੰ, ਆਪਣੀਆਂ ਗਲਤੀਆਂ ਨੂੰ ਜਿੰਨੀ ਨੇੜਿਓਂ ਦੇਖਦੇ ਹਾਂ ਓਨਾ ਕੋਈ ਵੀ ਨਹੀਂ ਦੇਖਦਾ। ਅਸੀਂ ਖੁਦ ਆਪਣੇ ਆਪ ਦੇ ਸਭ ਤੋਂ ਵੱਡੇ ਆਲੋਚਕ ਹਾਂ ਤੇ ਵਾਰ-ਵਾਰ ਸੋਚਣ ਨਾਲ ਅਸੀਂ ਆਪਣੀਆਂ ਗਲਤੀਆਂ ਨੂੰ ਆਪਣੇ ਦਿਮਾਗ ਵਿੱਚ ਵੱਡਾ ਬਣਾ ਲੈਂਦੇ ਹਾਂ। ਦੂਜਾ ਸਬਕ, ਅਸੀਂ ਇਹ ਵੀ ਹਿਸਾਬ ਲਗਾਉਂਦੇ ਰਹਿੰਦੇ ਹਾਂ ਕਿ ਦੂਸਰੇ ਸਾਡੇ ਬਾਰੇ ਕੀ ਸੋਚ ਰਹੇ ਹੋਣਗੇ। ਕਾਸ਼ ਮੈਂ ਉਸਦੇ ਸਾਹਮਣੇ ਐਦਾਂ ਨਾ ਬੋਲਿਆ ਹੁੰਦਾ। ਇਸ ਚੱਕਰ ਵਿੱਚ ਅਸੀਂ ਬਹੁਤ ਜ਼ਿਆਦਾ ਸੋਚਣ ਵਿੱਚ ਫਸ ਜਾਂਦੇ ਹਾਂ, ਓਵਰ ਥਿੰਕਿੰਗ ਵਿੱਚ ਫਸ ਜਾਂਦੇ ਹਾਂ। ਅਜਿਹਾ ਨਹੀਂ ਹੈ ਕਿ ਲੋਕ ਚੁਗਲੀ ਨਹੀਂ ਕਰਦੇ, ਪਰ ਜਿਨ੍ਹਾਂ ਕੋਲ ਦੂਜਿਆਂ ਦੀਆਂ ਕਮੀਆਂ ਕਮਜ਼ੋਰੀਆਂ ਬਾਰੇ ਚਰਚਾ ਕਰਨ ਦਾ ਸਮਾਂ ਹੁੰਦਾ ਹੈ ਉਹ ਆਪ ਕਿਸੇ ਕੰਮ ਦੇ ਨਹੀਂ ਹੁੰਦੇ। ਇਸ ਲਈ ਉਹਨਾਂ ਦੀ ਰਾਏ ਵੀ ਕੋਈ ਮਾਇਨੇ ਨਹੀਂ ਰੱਖਦੀ। ਮੰਤਰੀ ਨੇ ਕਿਹਾ, ਤੀਜਾ ਸਬਕ ਧਿਆਨ ਨਾਲ ਸੁਣੋ। ਜਦੋਂ ਵੀ ਤੁਸੀਂ ਵਿਚਾਰਾਂ ਦੇ ਚੱਕਰਾਂ ਵਿੱਚ ਫਸ ਜਾਵੋ, ਆਪਣੇ ਵਿਚਾਰਾਂ ਨੂੰ ਸ਼ਾਂਤ ਨਾ ਕਰ ਪਾਵੋ, ਤਾਂ ਉਹਨਾਂ ਨਾਲ ਲੜਨ ਦੀ ਬਜਾਏ, ਮਾਨਸਿਕ ਤਰਕ ਕਰਨ ਦੀ ਬਜਾਏ ਆਪਣੇ ਮਨ ਨੂੰ ਕਿਸੇ ਰਚਨਾਤਮਕ ਕੰਮ ਵਿੱਚ ਲਗਾਓ। ਅਜਿਹਾ ਕੋਈ ਕੰਮ ਕਰੋ ਜਿੱਥੇ ਤੁਸੀਂ ਸਭ ਕੁਝ ਭੁੱਲ ਕੇ ਆਪਣੇ ਹੱਥਾਂ ਨਾਲ ਉਸ ਕੰਮ ਵਿੱਚ ਲੱਗ ਜਾਓ। ਅਜਿਹਾ ਕਰਨ ਨਾਲ ਤੁਹਾਡੀ ਮਾਨਸਿਕ ਊਰਜਾ ਇੱਕ ਦਿਸ਼ਾ ਵਿੱਚ ਆ ਜਾਵੇਗੀ ਤੇ ਥੋੜ੍ਹੇ ਸਮੇਂ ਵਿੱਚ ਹੀ ਤੁਹਾਡਾ ਮਨ ਸ਼ਾਂਤ ਹੋ ਜਾਵੇਗਾ ਤੇ ਤੁਹਾਡਾ ਸਾਰਾ ਦਿਨ ਚਿੰਤਾਵਾਂ ਤੇ ਪਰੇਸ਼ਾਨੀਆਂ ਵਿੱਚ ਬਰਬਾਦ ਨਹੀਂ ਹੋਵੇਗਾ। ਸੋ ਦੋਸਤੋ, ਮੈਨੂੰ ਉਮੀਦ ਹੈ ਕਿ ਇਸ ਪਿਆਰੀ ਜੀ ਕਹਾਣੀ ਵਿਚਲੀ ਸਿੱਖਿਆ ਤੁਹਾਡੇ ਸਮਝ ਵਿੱਚ ਆਈ ਹੋਵੇਗੀ ਤੇ ਇਸ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲਾਗੂ ਕਰੋਗੇ। ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਮੈਂ ਕੰਮ ਦੀਆਂ ਕਹਾਣੀਆਂ ਲੈ ਕੇ ਆਉਂਦਾ ਰਹਾਂਗਾ। ਸੋ ਆਪਣਾ ਖਿਆਲ ਰੱਖੋ। ਸ਼ੁਕਰੀਆ।